ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ ਟੋਰਾਂਟੋ ਦੇ ਵਿੱਚ ਆਪ ਸਭ ਦਾ ਸਵਾਗਤ। ਮੈਂ ਹਾਂ ਚਮਕੌਰ ਸਿੰਘ ਮਾਛੀਕੇ। ਅੱਜ ਦਾ ਗੁੱਡ ਮਾਰਨਿੰਗ ਟੋਰਾਂਟੋ ਸ਼ੋਅ ਲੈ ਕੇ ਹਾਜ਼ਰ ਹਾਂ। ਉਮੀਦ ਕਰਦੇ ਹਾਂ ਕਿ ਆਪ ਸਭ ਦਾ ਵੀਕ ਆ ਜਿਹੜਾ ਉਹ ਬਹੁਤ ਵਧੀਆ ਲੰਘਿਆ ਹੋਵੇਗਾ। ਅੱਜ ਵੀਕਐਂਡ ਦਾ ਆਖਰੀ ਦਿਨ ਹੈ ਅਤੇ ਕੱਲ੍ਹ ਤੋਂ ਫਿਰ ਅਸੀਂ ਰੋਜ਼ਾਨਾ ਦੀ ਤਰ੍ਹਾਂ ਕੰਮਾਂ ਕਾਰਾਂ ਦੇ ਵਿੱਚ ਬਿਜੀ ਹੋ ਜਾਣਾ। ਮੰਡੇ ਟੂ ਫਰਾਈਡੇ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜੀ ਹੁੰਦੇ ਹਾਂ ਅਤੇ 2 ਦਿਨ ਹੁੰਦੇ ਸਾਡੇ ਕੋਲ ਫੁਰਸਤ ਦੇ ਕਿ ਅਸੀਂ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਕੁਝ ਗੱਲਾਂ ਬਾਤਾਂ ਕਰ ਸਕੀਏ ਜਾਂ ਆਪਣੇ ਸਰੀਰ ਨੂੰ, ਆਪਣੀ ਬਾਡੀ ਨੂੰ ਥੋੜ੍ਹਾ ਬਹੁਤਾ ਰਿਲੈਕਸ ਕਰ ਲਈਏ ਅਤੇ ਉਸ ਤੋਂ ਬਾਅਦ ਬੂਸਟ ਹੋ ਕੇ ਅਸੀਂ ਫਿਰ ਆਪਣੇ ਕੰਮਾਂ ਦੇ ਵਿੱਚ ਬਿਜੀ ਹੋ ਜਾਣਾ ਹੁੰਦਾ ਮੰਡੇ ਟੂ ਫਰਾਈਡੇ। ਸੋ ਅਸੀਂ ਐਤਵਾਰ ਦੇ ਦਿਨ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਣੇ ਹਾਂ ਗੁੱਡ ਮਾਰਨਿੰਗ ਟੋਰਾਂਟੋ। ਗੁੱਡ ਮਾਰਨਿੰਗ ਟੋਰਾਂਟੋ ਸ਼ੋਅ ਦੇ ਵਿੱਚ ਅਸੀਂ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਔਰ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਕੁਝ ਕੁ ਘਟਨਾਵਾਂ ਵਾਪਰਦੀਆਂ ਉਹਨਾਂ ਦੇ ਉੱਪਰ ਡਿਸਕਸ ਕਰਦੇ ਹਾਂ ਅਤੇ ਅਵੇਅਰਨੈਸ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਕੁਝ ਕੁ ਸਾਡੇ ਸਮਾਜ ਦੇ ਵਿੱਚ ਊਣਤਾਈਆਂ ਹੁੰਦੀਆਂ ਜਾਂ ਕਿ ਬਹੁਤ ਜ਼ਰੂਰੀ ਬਿਜ਼ਨਸ ਦੇ ਰਿਗਾਰਡਿੰਗ ਕਹਿ ਲਈਏ ਗੱਲਾਂ ਬਾਤਾਂ ਹੁੰਦੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਪੌਲ ਧਾਲੀਵਾਲ ਜੀ ਆਏ ਹੋਏ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੇ ਕਿ ਕ੍ਰਿਮੀਨਲ ਲਾਇਰਸ ਹੈਗੇ ਨੇ ਔਰ ਬਹੁਤ ਸਾਰੀਆਂ ਸੇਵਾਵਾਂ ਸਾਡੇ ਸਮਾਜ ਦੇ ਵਿੱਚ ਦੇ ਰਹੇ ਨੇ। ਇਸ ਟਾਈਮ ਪਿਛਲੇ 18 ਸਾਲਾਂ ਤੋਂ ਵੀ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬਰੈਂਪਟਨ ਦੇ ਵਿੱਚ, ਟੋਰਾਂਟੋ ਦੇ ਵਿੱਚ ਕੰਮ ਕਰਦੇ ਹਾਂ। ਔਰ ਪਹਿਲਾਂ ਸਵਾਗਤ ਉਹਨਾਂ ਦਾ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਵਿਸ਼ੇ ਦੇ ਉੱਪਰ। ਪੌਲ ਜੀ, ਸਵਾਗਤ ਹੈ ਤੁਹਾਡਾ ਗੁੱਡ ਮਾਰਨਿੰਗ ਟੋਰਾਂਟੋ। ਥੈਂਕ ਯੂ ਭਾਅ ਜੀ। ਪਹਿਲਾਂ ਤਾਂ ਤੁਹਾਨੂੰ ਤਾਂ ਸਾਰੇ ਆਪਣੇ ਵਿਊਅਰਸ ਨੂੰ ਗੁੱਡ ਮਾਰਨਿੰਗ, ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਮੈਂ ਸਾਡੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਪੌਲ ਧਾਲੀਵਾਲ ਪਿਛਲੇ 18 ਸਾਲਾਂ ਤੋਂ ਵੀ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਸਾਡੇ ਟੋਰਾਂਟੋ ਏਰੀਏ ਦੇ ਵਿੱਚ ਸੇਵਾਵਾਂ ਦਿੰਦੇ ਆ। ਸਾਡੇ ਸਪੋਂਸਰ ਨੇ ਅੱਜ ਦੇ ਜਿਹੜੇ ਸ਼ੋਅ ਦੇ ਮੇਨ ਸਪੋਂਸਰ ਨੇ ਪੌਲ ਧਾਲੀਵਾਲ ਜੀ ਔਰ ਮੈਂ ਗੱਲ ਕਰ ਲਵਾਂ ਮੈਟਰੋ ਇਮੀਗ੍ਰੇਸ਼ਨ ਦੀ ਅਤੇ ਨਾਲ ਜਸ ਬਰਾੜ ਜਿਹੜੇ ਰੀਅਲਟਰ ਨੇ, ਡਾਕਟਰ ਅਮਨਪ੍ਰੀਤ ਚੋਪੜਾ ਜੀ, ਡੈਂਟਿਸਟ ਰੂਪ ਕੌਰ ਰੀਅਲਟਰ ਜੀ, ਸਾਡੇ ਇਸ ਅੱਜ ਦੇ ਸ਼ੋਅ ਨੂੰ ਅਸ਼ਵਨੀ ਤਾਂਗੜੀ ਜੀ ਵੀ ਸਪੋਂਸਰ ਕਰ ਰਹੇ। ਆਓ ਸਭ ਤੋਂ ਪਹਿਲਾਂ ਸਾਡੇ ਸਪੋਂਸਰ ਜੀ ਦੇ ਕੁਝ ਕੁ ਮੈਸੇਜ ਲੈ ਲਈਏ, ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਸ਼ੋਅ ਬਾਰੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਟੋਰਾਂਟੋ ਦੇ ਵਿੱਚ। ਸੋ ਅੱਜ ਸਾਡਾ ਵਿਸ਼ਾ ਹੋਵੇਗਾ ਕ੍ਰਿਮੀਨਲ ਚਾਰਜਜ ਜਦੋਂ ਲੱਗ ਜਾਂਦੇ ਆ ਬੰਦੇ ਦੇ ਉੱਪਰ, ਕਿਉਂਕਿ ਜਿਹੜਾ ਕੈਨੇਡਾ ਇਹ ਇਮੀਗ੍ਰੈਂਟਸ ਦਾ ਕੰਟਰੀ ਹੈ। ਪੂਰੀ ਦੁਨੀਆ ਦੇ ਵਿੱਚੋਂ ਲੋਕ ਇੱਥੇ ਆ ਕੇ ਵਸੇ ਹੋਏ ਨੇ। ਜਦੋਂ ਨਵੇਂ ਆਉਂਦੇ ਆ ਤਾਂ ਬਹੁਤ ਸਾਰੇ ਜਿਹੜੇ ਇੱਥੋਂ ਦੇ ਕਾਨੂੰਨ ਹੁੰਦੇ ਆ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਹੁੰਦਾ। ਕਈ ਵਾਰੀ ਇਹ ਹੈ ਜਿਵੇਂ ਅਸੀਂ ਇੰਡੀਆ ਦੇ ਵਿੱਚੋਂ ਆਏ ਹਾਂ ਤਾਂ ਸਾਨੂੰ ਪੁਲਿਸ ਦਾ ਬੜਾ ਭੈ ਹੁੰਦਾ ਸੀ, ਡਰ ਹੁੰਦਾ ਸੀਗਾ। ਉੱਥੇ ਜਦੋਂ ਕੋਈ ਚਾਰਜ ਲੱਗ ਜਾਂਦਾ ਸੀਗਾ ਤਾਂ ਇੰਨਾ ਕੁ ਬੰਦਾ ਘਬਰਾ ਜਾਂਦਾ ਸੀਗਾ, ਜਾਂ ਇਹ ਪੁਲਿਸ ਦਾ ਡਰ ਹੁੰਦਾ ਸੀ ਕਿ ਕੁੱਟਣ ਨਾ ਸਾਨੂੰ, ਇੱਦਾਂ ਨਾ ਹੋ ਜੇ, ਉੱਦਾਂ ਨਾ ਹੋ ਜੇ। ਪਰ ਇੱਥੋਂ ਦਾ ਜਿਹੜਾ ਸਿਸਟਮ ਹੈ ਬਿਲਕੁਲ ਡਿਫਰੈਂਟ ਹੈ। ਸੋ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਪਹਿਲੀ ਤਾਂ ਗੱਲ ਇਹ ਹੈਗੀ ਆ ਕਿ ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਅਜਿਹਾ ਕੋਈ ਕੰਮ ਨਾ ਕਰੀਏ, ਨਾ ਹੋਵੇ ਕਿ ਸਾਡੇ 'ਤੇ ਚਾਰਜਿਸ ਲੱਗ ਜਾਣ। ਪਰ ਜੇ ਲੱਗ ਜਾਂਦੇ ਆ ਤਾਂ ਉਹਨਾਂ ਤੋਂ ਬਚਾਅ ਦਾ ਕੀ ਤਰੀਕਾ, ਸਾਨੂੰ ਕੀ ਅੱਗੇ ਅਪਣਾਉਣਾ ਚਾਹੀਦੇ ਤਰੀਕੇ, ਉਹ ਆਪਾਂ ਗੱਲਬਾਤ ਕਰਦੇ ਹਾਂ ਅੱਜ ਪੌਲ ਜੀ ਦੇ ਨਾਲ। ਪੌਲ ਜੀ, ਵਿਸ਼ਾ ਮੈਂ ਦੱਸਤਾ ਅੱਜ ਦਾ ਤੁਹਾਡਾ ਕੀ ਹੈਗਾ। ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਸੀਂ ਕਿਹੜੀਆਂ ਮੈਨੂੰ ਇੰਨਾ ਕਿ ਤਾਂ ਪਤਾ ਕਿ ਤੁਸੀਂ ਕ੍ਰਿਮੀਨਲ ਜਿਹੜੇ ਕੇਸਿਸ ਹੈਗੇ ਉਹਨਾਂ ਨੂੰ ਡੀਲ ਕਰਦੇ ਹੋ। ਹਾਂਜੀ ਭਾਜੀ। ਹੋਰ ਕਿਹੜੀਆਂ ਤੁਸੀਂ ਸੇਵਾਵਾਂ ਦਿੰਦੇ ਹੋਗੇ? ਅਸੀਂ ਤਾਂ ਬੇਸਿਕਲੀ ਆਲ ਟਾਈਪਸ ਆਫ ਕ੍ਰਿਮੀਨਲ ਚਾਰਜਿਸ ਡਿਫੈਂਡ ਕਰਦੇ ਹਾਂ। ਕ੍ਰਿਮੀਨਲ ਚਾਰਜਿਸ ਦੇ ਵਿੱਚ ਬਹੁਤ ਤਰ੍ਹਾਂ ਦੇ ਅਫੈਂਸਿਸ ਹੁੰਦੇ ਆ। ਫੋਰ ਐਗਜ਼ਾਮਪਲ ਤੁਸੀਂ ਕਹਿ ਦਿਓ ਅਸੌਲਟ, ਲੜਾਈ ਝਗੜੇ ਦਾ, ਬਿਲਕੁਲ, ਧਮਕੀਆਂ ਮਾਰਨ ਦਾ, ਅਦਰ ਥ੍ਰੈਟਸ, ਡਰਿੰਕਿੰਗ ਐਂਡ ਡਰਾਈਵਿੰਗ, ਜਦੋਂ ਆਪਾਂ ਕਹਿੰਦੇ ਹਾਂ ਸ਼ਰਾਬ ਪੀ ਕੇ ਕੋਈ ਕਾਰ ਚਲਾਉਂਦਾ ਸੀਗਾ ਤਾਂ ਫੜਿਆ ਗਿਆ, ਫਰਾਡ ਦੇ ਕੇਸ ਜਿੱਦਾਂ ਆਪਣੇ ਇੰਡੀਆ 'ਚ ਬਹੁਤ ਮਸ਼ਹੂਰ ਹੈ, ਕਹਿੰਦੇ 420 ਦੇ ਕੇਸ ਲੱਗ ਗਿਆ। ਨਾਲ ਦੀ ਨਾਲ ਜਿੱਦਾਂ ਦੇ ਡੇਂਜਰਸ ਡਰਾਈਵਿੰਗ ਕੇਸਿਸ, ਹੋਰ ਤਰ੍ਹਾਂ ਦੇ ਕੋਈ ਡਰੱਗ ਅਫੈਂਸਿਸ ਹੋਵੇ, ਕੋਈ ਇੰਪੋਰਟਿੰਗ ਦਾ ਚਾਰਜ ਹੋਵੇ, ਕੋਈ ਗਲਤ ਚੀਜ਼ ਕੈਨੇਡਾ ਦੇ ਵਿੱਚ ਲੈ ਕੇ ਆਉਂਦਾ ਹੋਵੇ ਬਾਰਡਰ 'ਤੇ, ਉੱਦਾਂ ਦੇ ਸਾਰੇ ਚਾਰਜਿਸ ਅਸੀਂ ਕਰਦੇ ਹਾਂ। ਨਾਲ ਦੀ ਨਾਲ ਫੋਰ ਐਗਜ਼ਾਮਪਲ ਅਸੀਂ ਹਾਈਵੇ ਟ੍ਰੈਫਿਕ ਐਕਟ ਚਾਰਜਿਸ ਕਰਦੇ ਹਾਂ, ਉਹ 'ਚ ਵੀ ਸੀਰੀਅਸ ਪੈਨਲਟੀਜ਼ ਹੈਗੀਆਂ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਨਾਲ ਦੀ ਨਾਲ ਸਾਰੇ ਤਰ੍ਹਾਂ ਦੇ ਐਡਮਿਨਿਸਟ੍ਰੇਟਿਵ ਜਿਹੜੇ ਹੀਅਰਿੰਗਸ ਆ, ਅਸੀਂ ਉੱਦਾਂ ਦੀਆਂ ਹੀਅਰਿੰਗਸ ਵੀ ਕਵਰ ਕਰਦੇ ਹਾਂ। ਤਾਂ ਇੰਡੀਵਿਜੂਅਲਸ ਨੂੰ ਤਾਂ ਕੋਰਪੋਰੇਸ਼ਨਸ ਨੂੰ ਡਿਫੈਂਡ ਉਹਨਾਂ ਦੇ ਵਿੱਚ ਵੀ ਕਰਦੇ ਹਾਂ ਜੀ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬੈਕ ਹੋਮ ਮੰਨ ਲਓ ਆਪਾਂ ਇੰਡੀਆ ਤੋਂ ਆ, ਉੱਥੇ ਜਦੋਂ ਕਿਸੇ 'ਤੇ ਚਾਰਜਿਸ ਲੱਗ ਜਾਂਦੇ ਹੈਗੇ ਤਾਂ ਪੁਲਿਸ ਕੁੱਟਮਾਰ ਵੀ ਕਰਦੀ ਹੈਗੀ ਆ ਉੱਥੇ, ਹੈ ਨਾ।
ਸੋ ਟੌਰਚਰ ਵੀ ਕੀਤਾ ਜਾਂਦਾ, ਪਰ ਇੱਥੇ ਇੰਨਾ ਕੁ ਤਾਂ ਹੈਗਾ, ਸਾਨੂੰ ਪਤਾ ਕਿ ਪੁਲਿਸ ਤੁਹਾਨੂੰ ਕੁੱਟਦੀ ਨਹੀਂ ਹੈਗੀ, ਨਾ ਤੁਹਾਨੂੰ ਟੌਰਚ ਕਰੇ ਪੁਲਿਸ। ਤੋ ਕੀ ਐਡਵਾਈਸ ਕੀ ਦੇਣਾ ਚਾਹੋਗੇ ਸਾਡੇ ਲਿਸਨਰਜ਼ ਨੂੰ, ਸਾਡੇ ਦੇਖਣ ਵਾਲਿਆਂ ਨੂੰ, ਸਾਡੇ ਦਰਸ਼ਕਾਂ ਨੂੰ, ਕਿ ਜਦੋਂ ਕੋਈ ਬੰਦਾ ਚਾਰਜ ਹੋ ਜਾਂਦਾ ਤਾਂ ਉੱਥੇ ਤੁਸੀਂ ਕੀ ਕਹਿਣਾ ਚਾਹੋਗੇ, ਕਿੱਦਾਂ ਦੀ ਐਡਵਾਈਸ ਦੇਣੀ ਚਾਹੋਗੇ? ਪਹਿਲੀ ਗੱਲ ਤਾਂ ਇਹ ਆ ਭਾਜੀ, ਆਪਾਂ ਨੂੰ ਪਤਾ ਵਾ ਜਿਹੜਾ ਆਪਾਂ ਬਹੁਤ ਫੋਰਚੂਨੇਟ ਆ ਜਿਹੜੇ ਆਪਾਂ ਕੈਨੇਡਾ 'ਚ ਰਹਿੰਦੇ ਹਾਂ। ਬਹੁਤ ਥਾਂ ਹੈਗੇ ਆ ਵਰਲਡ ਦੇ ਵਿੱਚ, ਜਿੱਦਾਂ ਤੁਸੀਂ ਕਹਿੰਦੇ ਆ ਪਿੱਛੋਂ ਆਪਾਂ ਸਾਡੇ ਇੰਡੀਆ ਤੋਂ ਆ, ਬਟ ਬਹੁਤ ਹੋਰ ਥਾਂ ਵਰਲਡ ਦੇ ਵਿੱਚ ਹੈਗੀਆਂ ਕੰਟਰੀਜ਼ ਜਿੱਥੇ ਰੂਲ ਆਫ ਲਾਅ ਨਹੀਂ ਪੁਲਿਸ ਵਾਲੇ ਫੋਲੋ ਕਰਦੇ, ਤਾਂ ਕੁੱਟਮਾਰ ਹੁੰਦੀ ਆ। ਬਟ ਮੈਨੂੰ ਇੰਨਾ ਯਕੀਨ ਹੈਗਾ ਇੱਥੇ ਜਿਹੜੇ ਲਾਜ਼ ਆ ਪੁਲਿਸ ਵਾਲੇ ਵੀ ਫੋਲੋ ਕਰਦੇ ਆ। ਤਾਂ ਆਪਾਂ ਨੂੰ ਮੇਕ ਸ਼ੋਰ ਕਰਨਾ ਚਾਹੀਦਾ ਵਾ, ਜਦੋਂ ਅਸੀਂ ਪਹਿਲਾਂ ਤਾਂ ਫਰਸਟ ਆਫ ਆਲ ਜਦੋਂ ਪੁਲਿਸ ਨਾਲ ਡੀਲ ਕਰਦੇ ਹਾਂ, ਵੀ ਸ਼ੁੱਡ ਬੀ ਪੋਲਾਈਟ ਅਤੇ ਕੰਸੀਡਰੇਟ। ਆਪਾਂ ਨੂੰ ਕੋਈ ਲੋੜ ਨਹੀਂ ਉਹਨਾਂ ਨਾਲ ਰੂਡ ਤਾਂ ਅਗਰੈਸਿਵ ਤਾਂ ਹੌਸਟਾਈਲ ਹੋਣ ਨੂੰ। ਵੀ ਜੇ ਦੇਖਿਆ ਜਾਵੇ ਉਹ ਆਪਦੀ ਜੋਬ ਕਰਦੇ ਆ, ਤਾਂ ਜਦੋਂ ਕੋਈ ਕੰਮ 'ਤੇ ਜਾਂਦਾ ਕੋਈ ਨਹੀਂ ਚਾਹੁੰਦਾ ਕਿਸੇ ਨੂੰ ਕੋਈ ਰੂਡਲੀ ਬੋਲੇ। ਤੁਸੀਂ ਪ੍ਰੋਫੈਸ਼ਨਲੀ ਉਹਨਾਂ ਨਾਲ ਡੀਲ ਕਰੋ, ਬਟ ਜਿਹੜੇ ਇੰਡੀਵਿਜੂਅਲਸ ਦੇ ਚਾਰਜ ਲੱਗਦੇ ਆ ਕਿ ਚਾਰਜ ਲੱਗਣ ਤੋਂ ਪਹਿਲਾਂ ਸਟਾਪ ਹੁੰਦੇ ਆ, ਉਹਨਾਂ ਦੇ ਵੀ ਬਹੁਤ ਹੱਕ ਹੁੰਦੇ ਆ। ਫੋਰ ਐਗਜ਼ਾਮਪਲ ਉਹਨਾਂ ਦਾ ਹੱਕ ਹੁੰਦਾ ਵਕੀਲ ਨਾਲ ਗੱਲ ਕਰਨ ਨੂੰ, ਇਮੀਡੀਏਟਲੀ ਵਕੀਲ ਨਾਲ ਗੱਲ ਕਰ ਸਕਦੇ ਆ। ਉਹਨਾਂ ਦਾ ਇਹ ਵੀ ਹੱਕ ਹੈਗਾ ਵਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਕਾਹਤੋਂ ਸਟਾਪ ਕੀਤਾ, ਤਾਂ ਉਹਨਾਂ 'ਤੇ ਕੀ ਚਾਰਜਸ ਲੱਗਿਆ। ਕਿਸੇ ਨੂੰ ਤੁਸੀਂ ਸਟਾਪ ਕਰ ਦਿਓ ਪੁਲਿਸ ਵਾਲੇ ਹੋ ਕੇ, ਤਾਂ ਕਿਸੇ ਨੂੰ ਪਤਾ ਨਾ ਲੱਗੇ ਉਹਨਾਂ ਦੇ ਕੀ ਐਲੀਗੇਸ਼ਨਸ ਆ, ਤਾਂ ਫਿਰ ਉਹ ਐਡਵਾਈਸ ਕੀ ਲੈ ਸਕਦਾ। ਸੋ ਉਹਨਾਂ ਦੀ ਓਪਰਚੁਨਿਟੀ ਹੁੰਦੀ ਆ ਵਕੀਲ ਨਾਲ ਗੱਲ ਕਰਨ ਨੂੰ। ਬਟ ਨਾਲ ਇਹ ਵੀ ਬਹੁਤ ਇੰਪੋਰਟੈਂਟ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵਾ, ਜੇ ਤੁਹਾਨੂੰ ਕੋਈ ਪੁਲਿਸ ਵਾਲਾ ਕੋਈ ਚੀਜ਼ ਜਾਂ ਕੁਐਸਚਨ ਪੁੱਛਦਾ ਵਾ, ਤੁਹਾਡੇ ਕੋਲ ਹੱਕ ਹੈਗਾ ਸਾਇਲੈਂਟ ਰਹਿਣ ਨੂੰ। ਤੁਸੀਂ ਕਹਿ ਸਕਦੇ ਆ ਆਈ ਡੋਂਟ ਵਾਂਟ ਟੂ ਆਨਸਰ ਦੈਟ, ਤਾਂ ਉਹ ਬੇਸਿਕਲੀ ਤੁਹਾਡੇ ਕੋਲ ਰਾਈਟ ਹੈਗਾ। ਤਾਂ ਤੁਸੀਂ ਪਹਿਲਾਂ ਲੀਗਲ ਐਡਵਾਈਸ ਲੈ ਸਕਦੇ ਆ, ਤਾਂ ਫਿਰ ਤੁਸੀਂ ਜੇ ਡਿਸਾਈਡ ਕਰਦੇ ਆ ਕੋਈ ਸਟੇਟਮੈਂਟ ਦੇਣ ਨੂੰ, ਉਹ ਮਗਰੋਂ ਤੁਸੀਂ ਡਿਸਾਈਡ ਕਰ ਸਕਦੇ ਆ। ਜਿਵੇਂ ਪੁਲਿਸ ਵਾਲੇ ਤੁਹਾਨੂੰ ਪੁੱਛਦੇ ਆ ਕਿ ਮੰਨ ਲਓ ਤੁਹਾਨੂੰ ਕਿਸੇ ਸਟਾਪ ਕਰ ਲਿਆ ਜਾਂ ਤੁਹਾਡੇ 'ਤੇ ਕੋਈ ਅਸਾਲਟ ਦੇ ਚਾਰਜ ਲੱਗ ਰਹੇ ਆ, ਹਾਂਜੀ, ਅਤੇ ਤੁਹਾਨੂੰ ਪੁੱਛਦੇ ਆ ਕਿ ਕੀ ਹੋਇਆ ਸੀਗਾ, ਤਾਂ ਉੱਥੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਮੈਂ ਆਪਣੇ ਵਕੀਲ ਦੇ ਨਾਲ ਰਾਏ ਕਰਕੇ ਤੁਹਾਨੂੰ ਦੱਸਾਂਗਾ ਜਾਂ ਗੱਲ ਕਰਾਂ। ਮੋਸਟ ਸਰਟਨਲੀ ਤੁਹਾਡੇ 'ਤੇ ਕੋਈ ਓਬਲੀਗੇਸ਼ਨ ਹੈ ਨਹੀਂ ਜਿਹੜਾ ਤੁਸੀਂ ਪੁਲਿਸ ਨੂੰ ਕੋਈ ਸਟੇਟਮੈਂਟ ਦੇਣੀ ਆ ਆਪਦੇ ਅਗੇਂਸਟ। ਤੁਹਾਨੂੰ ਦੱਸਣ ਦੀ ਲੋੜ ਨਹੀਂ ਕੀ ਹੋਇਆ ਕੀ ਨਹੀਂ। ਤੁਸੀਂ ਡੈਫੀਨਿਟਲੀ ਆਪਦੇ ਵਕੀਲ ਨਾਲ ਗੱਲ ਕਰੋ। ਉਹ ਜਿਹੜੀ ਗੱਲ ਆ ਉਹ ਵੀ ਸਾਰਿਆਂ ਦੇ ਸਾਹਮਣੇ ਨਹੀਂ ਹੋਗੀ, ਉਹ ਵੀ ਪ੍ਰਾਈਵੇਟ ਐਂਡ ਕੌਨਫੀਡੈਂਸ਼ੀਅਲ ਗੱਲ ਹੁੰਦੀ ਆ, ਜਿੱਥੇ ਤੁਸੀਂ ਪ੍ਰਾਈਵੇਟ ਰੂਮ ਦੇ ਵਿੱਚ ਹੁੰਦੇ ਆ ਜਾਂ ਕਿਤੇ ਹੋਰ ਜਿਹੜੇ ਪੁਲਿਸ ਵਾਲੇ ਉਹਨਾਂ ਦੀ ਓਬਲੀਗੇਸ਼ਨ ਹੁੰਦਾ ਫੈਸਿਲੀਟੇਟ ਕਰਨ ਨੂੰ, ਮੇਕ ਸ਼ੋਰ ਕਰਨ ਨੂੰ ਜਿਹੜੀ ਤੁਹਾਡੀ ਗੱਲ ਆ ਉਹ ਪ੍ਰਾਈਵੇਟ 'ਚ ਆ। ਬਹੁਤ ਲੋਕਾਂ ਕੋਲ ਭਾਜੀ ਲਾਇਰਸ ਨਹੀਂ ਹੁੰਦੇ, ਜਾਂ ਨਹੀਂ ਪਹਿਲਾਂ ਕਦੇ ਚੱਕਰ ਪਿਆ ਹੁੰਦਾ ਪਹਿਲੀ ਵਾਰੀ ਆ, ਤਾਂ ਫਿਰ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵਾ ਜਿਹੜੀ ਗੌਰਮੈਂਟ ਆ, ਤਾਂ ਉਹਨਾਂ ਨੇ ਬੇਸਿਕਲੀ ਇਨਸ਼ੋਰ ਕੀਤਾ ਹਰੇਕ ਬੰਦੇ ਨੂੰ ਫ੍ਰੀ ਲੀਗਲ ਐਡਵਾਈਸ ਮਿਲੂਗੀ। ਉਹ ਹੁੰਦਾ ਲੀਗਲ ਏਡ ਲਾਇਰ। ਲੀਗਲ ਏਡ ਲਾਇਰ ਗੌਰਮੈਂਟ ਦੇ ਲਾਇਰਸ ਨੇਗੇ, ਜਿਹੜੇ ਗੌਰਮੈਂਟ ਦੇ ਪ੍ਰੋਸੀਕਿਊਟਰਸ ਆ, ਉਹ ਤੁਹਾਨੂੰ ਡਿਫੈਂਸ ਵਾਸਤੇ ਐਡਵਾਈਸ ਦੇਣ ਨੂੰ ਆ। ਸੋ ਮੋਸਟ ਸਰਟਨਲੀ ਮੈਂ ਤਾਂ ਇਹੀ ਕਹੂੰਗਾ, ਜੇ ਕਦੇ ਕਿਸੇ ਬੰਦੇ ਨੂੰ ਚਾਰਜ ਲੱਗੇ ਜਾਂ ਕਦੇ ਡਿਟੇਨਡ ਹੋਵੇ, ਤਾਂ ਉਹਨਾਂ ਨੂੰ ਓਪਰਚੁਨਿਟੀ ਮਿਲਦੀ ਆ ਕਿਸੇ ਨਾਲ ਗੱਲ ਕਰਨ ਨੂੰ, ਤਾਂ ਤੁਹਾਡਾ ਆਪਦਾ ਵਕੀਲ ਹੈ ਨਹੀਂ ਗਾ, ਮੋਸਟ ਸਰਟਨਲੀ ਐਟ ਲੀਸਟ ਸਮ ਐਡਵਾਈਸ ਤੁਹਾਨੂੰ ਲੈਣੀ ਚਾਹੀਦੀ ਹੈ ਡਿਊਟੀ ਕਾਊਂਸਲ ਤੋਂ। ਜੀ ਅੱਛਾ, ਜੇ ਮੰਨ ਲਓ ਚਾਰਜ ਕਿਸੇ 'ਤੇ ਲੱਗ ਜਾਂਦੇ ਆ, ਕਈ ਵਾਰੀ ਕੀ ਹੁੰਦਾ ਗਾ ਕਿ ਜੇਲ੍ਹ ਵੀ ਜਾਣਾ ਪੈ ਜਾਂਦਾ ਕਿਸੇ ਨੂੰ, ਤਾਂ ਉਦੋਂ ਗੱਲ ਆਉਂਦੀ ਹੈ ਕਿ ਜ਼ਮਾਨਤ, ਇਹਦੀ ਜ਼ਮਾਨਤ ਹੋਵੇਗੀ ਹੁਣ, ਜਿਹਨੂੰ ਅਸੀਂ ਬੇਲ ਕਹਿ ਦਿੰਦੇ ਹਾਂ। ਰਾਈਟ, ਹਾਂਜੀ। ਬੇਲ ਕੌਣ ਦੇ ਸਕਦਾ ਉਹਨਾਂ ਨੂੰ? ਕਈ ਵਾਰੀ ਕੀ ਹੁੰਦਾ ਕਿ ਕਿਸੇ ਦਾ ਇੱਥੇ ਹੁੰਦਾ ਹੀ ਨਹੀਂ, ਕੋਈ ਨਵਾਂ ਆਇਆ, ਉਹਦਾ ਇੱਥੇ ਕੋਈ ਯਾਰ ਦੋਸਤ ਵੀ ਨਹੀਂ ਹੁੰਦਾ, ਕੋਈ ਉਹਨੂੰ ਜਾਣ ਪਹਿਚਾਣ ਨਹੀਂ ਹੁੰਦੀ, ਤਾਂ ਉਹਨਾਂ ਦੀ ਜ਼ਮਾਨਤ ਫਿਰ ਕਿਵੇਂ ਹੁੰਦੀ? ਪਹਿਲੀ ਗੱਲ ਤਾਂ ਇਹ ਆ ਭਾਜੀ, ਤੁਸੀਂ ਗੱਲ ਕੀਤੀ ਆ ਜਦੋਂ ਬੰਦਾ ਜੇਲ੍ਹ ਜਾਂਦਾ, ਇੱਥੇ ਪਹਿਲਾਂ ਕਿਸੇ ਨੂੰ ਸੈਂਟੈਂਸ ਨਹੀਂ ਕਰਦੇ। ਸੋ ਇਹਦਾ ਮਤਲਬ ਇਹ ਆ ਤੁਸੀਂ ਪ੍ਰਜ਼ੂਮਡ, ਇਹ ਪ੍ਰਜ਼ੰਪਸ਼ਨ, ਇਹਦਾ ਮਤਲਬ ਇਹ ਆ ਤੁਸੀਂ ਹਜੇ ਇਨੋਸੈਂਟ ਆ, ਤੁਸੀਂ ਗਿਲਟੀ ਨਹੀਂ ਗੇ ਕੋਈ ਅਫੈਂਸ ਦਾ, ਤੁਹਾਡੇ 'ਤੇ ਹਜੇ ਐਲੀਗੇਸ਼ਨਸ ਲੱਗਿਆ ਤੁਸੀਂ ਆਹ ਅਫੈਂਸ ਕੀਤਾ। ਤਾਂ ਬੇਸਿਕਲੀ ਆਪਣੇ ਜਿਹੜੇ ਚਾਰਟਰਸ ਆ, ਤਾਂ ਬਾਕੀ ਦੇ ਹੋਰ ਰਾਈਟਸ ਆ, ਉਹਨਾਂ 'ਚ ਲਿਖਿਆ ਆਪਾਂ ਜਿਹੜੇ ਇੰਡੀਵਿਜੂਅਲ ਆ, ਕਿਸੇ ਨੂੰ ਬੇਲ ਡਿਨਾਈ ਨਹੀਂ ਹੋਣੀ ਚਾਹੀਦੀ unless certain situations fit ਹੁੰਦੇ ਆ। ਸੋ ਬੇਸਿਕਲੀ ਜੇ ਫੋਰ ਐਗਜ਼ਾਮਪਲ ਪੁਲਿਸ ਵਾਲਾ ਕਿਸੇ 'ਤੇ ਚਾਰਜ ਲੱਗਦਾ, ਉਹ ਸਮਨਸ 'ਤੇ ਵੀ ਕਿਸੇ ਨੂੰ ਛੱਡ ਸਕਦਾ, ਉਹ ਤੁਹਾਨੂੰ ਪ੍ਰੋਮਿਸ ਟੂ ਅਪੀਅਰ 'ਤੇ ਵੀ ਛੱਡ ਸਕਦਾ, ਜਿੱਥੇ ਉਹ ਤੁਹਾਨੂੰ ਦੱਸਦੇ ਆ ਐਸ ਡੇਟ 'ਤੇ ਤੁਸੀਂ ਐਸ ਕੋਰਟ ਲੋਕੇਸ਼ਨ 'ਚ ਹੋਣਾ, ਤਾਂ ਯੂਜਲੀ ਉਹਦੇ ਨਾਲ ਕੰਡੀਸ਼ਨਸ ਲਾ ਦਿੰਦੇ ਆ। ਫੋਰ ਐਗਜ਼ਾਮਪਲ ਜੇ ਤੁਸੀਂ ਕਿਸੇ ਨਾਲ ਲੜੇ ਆ, ਉਹਨਾਂ ਨੇ ਕਹਿਣਾ ਉਸ ਬੰਦੇ ਦੇ ਨਾਲ ਤੂੰ ਮਿਲਣਾ ਨਹੀਂਗਾ, ਜਾਂ ਤੁਸੀਂ ਉਸ ਘਰ ਜਾਂ ਉਸ ਲੋਕੇਸ਼ਨ 'ਤੇ ਨਹੀਂ ਜਾਣਾ ਜਿੱਥੇ ਤੁਹਾਡੀ ਲੜਾਈ ਹੋਈ ਆ।
ਫਿਰ ਕਦੀ ਕਦੇ ਕੀ ਕਰਦੇ ਆ, ਜਿੱਦਾਂ ਤੁਸੀਂ ਗੱਲ ਕੀਤੀ ਹੈ ਬੇਲ ਬਾਰੇ, ਜੇ ਤੁਹਾਨੂੰ ਹੋਲਡ ਕਰਦੇ ਆ ਫਿਰ ਡਿਟਰਮਿਨ ਕਰਨਾ ਪੈਂਦਾ ਕਿੱਦਾਂ ਦੀ ਤੁਹਾਡੀ ਬੇਲ ਹੋਊਗੀ। ਤੁਹਾਨੂੰ ਆਪਦੇ ਨਾਂ ਤੇ ਹੀ ਛੱਡ ਦੇਣਾ, ਜਿਹੜਾ ਤੁਹਾਡਾ ਓਨ ਰੀਕੋਗਨੀਸੈਂਸ ਇੱਥੇ ਕਹਿੰਦੇ ਆ, ਕਾ ਬੇਸਿਕਲੀ ਉਹ ਮੇਕ ਸ਼ੋਰ ਕਰੂਗੇ ਤੁਹਾਨੂੰ ਸ਼ੋਰਿਟੀ ਚਾਹੀਦਾ। ਜੇ ਸ਼ੋਰਿਟੀ ਚਾਹੀਦਾ, ਉਹ ਹਾਰਡੈਸਟ ਫਾਰਮ ਆਫ ਰਿਲੀਜ਼ ਆ, ਉਹ ਬੇਸਿਕਲੀ ਆਪਾਂ ਨੂੰ ਦੇਖਣਾ ਚਾਹੀਦਾ ਕੌਣ ਕਿਸੇ ਦਾ ਸ਼ੋਰਿਟੀ ਬਣ ਸਕਦਾ। ਸ਼ੋਰਿਟੀ ਬੰਦੇ ਨੂੰ ਐਟਲੀਸਟ ਸਮ ਨੌਲੇਜ ਹੋਣੀ ਚਾਹੀਦੀ ਆ ਜਿਹਦੀ ਤੁਸੀਂ ਸੁਪਰਵਾਈਜ਼ ਕਰਨਾ। ਵੀ ਸ਼ੋਰਿਟੀ ਦੀ ਜੌਬ ਕੀ ਆ? ਸ਼ੋਰਿਟੀ ਦੀ ਜੌਬ ਇਹ ਆ ਮੇਕ ਸ਼ੋਰ ਤੁਹਾਨੂੰ ਜਿਹਦੇ ਚਾਰਜ ਲੱਗਿਆ ਉਹ ਬੰਦਾ ਇੱਕ ਤਾਂ ਕੋਰਟ 'ਚ ਪਹੁੰਚੂਗਾ ਟਾਈਮ ਸਿਰ, ਤੇ ਦੂਜੀ ਗੱਲ ਇਹ ਆ ਜਿਹੜੇ ਕੋਰਟ ਉਹ 'ਤੇ ਸ਼ਰਤਾਂ ਲਾਊਗੀਆਂ, ਕੰਡੀਸ਼ਨਸ ਲਾਊਗਾ, ਉਹਨੂੰ ਮੇਕ ਸ਼ੋਰ ਕਰੂਗੇ ਉਹ ਫੁਲਫਿਲ ਕਰ ਸਕਦਾ ਕਿ ਨਹੀਂ। ਜੇ ਤੁਸੀਂ ਕਿਸੇ ਨੂੰ ਜਾਣਦੇ ਹੀ ਨਹੀਂਗੇ ਤਾਂ ਤੁਹਾਡੇ ਕੋਲ ਕਿਸੇ ਦੇ ਨਾਲ ਨੌਲੇਜ ਹੀ ਨਹੀਂਗੀ, ਤੁਸੀਂ ਕਿੱਦਾਂ ਇਹ ਚੀਜ਼ਾਂ ਇਨਸ਼ੋਰ ਕਰ ਸਕਦੇ? ਜੀ ਬਿਲਕੁਲ। ਅੱਛਾ, ਤੁਸੀਂ ਗੱਲ ਕੀਤੀ ਹੈ ਕਿ ਦੋ ਚੀਜ਼ਾਂ ਨੇ, ਜਾਂ ਤਾਂ ਤੁਸੀਂ ਸਿਰਫ ਜ਼ਮਾਨਤ ਤੇ ਸਿਰਫ ਬੇਲ ਦੇ ਉੱਪਰ ਵੀ ਤੁਹਾਨੂੰ ਛੱਡ ਸਕਦੇ ਹੋ, ਜਾਂ ਸ਼ੋਰਟੀ ਤੁਹਾਡੀ ਚਾਹੀਦੀ ਹੈ। ਹਾਂਜੀ, ਤੁਸੀਂ ਕੀ ਐਡਵਾਈਜ਼ ਕਰੋਗੇ ਕਿ ਇਹਦੇ 'ਚ ਕੋਈ ਫਰਕ ਵੀ ਹੈਗਾ ਗਾ ਕਿ ਜੇ ਤੁਸੀਂ ਕਹਿ ਦਿਓ ਕਿ ਜੀ ਮੈਨੂੰ ਤਾਂ ਸਿਰਫ ਜਿਹੜੀ ਬੇਲ ਚਾਹੀਦੀ ਹੈਗੀ, ਮੈਂ ਆਪਣੀ ਉਹਦੇ 'ਤੇ ਤੁਸੀਂ ਡਿਸਾਈਡ ਨਹੀਂ ਕਰਦੇ ਹੁੰਦੇ ਯੂਜੂਅਲੀ ਇਹ ਸਿਚੁਏਸ਼ਨ। ਨਹੀਂ, ਮੰਨ ਲਓ ਦੋ ਤੁਹਾਨੂੰ ਆਪਸ਼ਨਾਂ ਦੇਤੀਆਂ ਉਹਨਾਂ ਨੇ, ਮੰਨ ਲਓ ਜੱਜ ਨੇ ਜਾਂ ਉਹ ਤੁਹਾਨੂੰ ਦੋ ਆਪਸ਼ਨਾਂ ਦੇਤੀਆਂ ਕਿ ਤੂੰ ਆਪਣੇ ਆਪ ਤੈਨੂੰ ਬੇਲ ਤੇਰੇ ਤੇ ਦੇ ਦਈਏ ਬੇਲ, ਜਾਂ ਤੈਨੂੰ ਕੋਈ ਸ਼ੋਰਟੀ 'ਤੇ ਜਾਣਾ ਚਾਹੁੰਦਾ ਤੂੰ। ਉਹ ਡੈਫੀਨਿਟਲੀ ਜੇ ਇਹ ਕੋਈ ਆਪਸ਼ਨ ਮਿਲੇ ਕਿਸ ਨੂੰ, ਤਾਂ ਬੇਸਿਕਲੀ ਆਪਸ਼ਨ ਇਹ ਲੈਣੀ ਚਾਹੀਦੀ ਆ ਆਪਦੀ ਓਨ ਰੀਕੋਗਨੀਸੈਂਸ, ਆਪਦੀ ਓਨ ਬੇਲ ਹੋਵੇ, ਤਾਂ ਫਿਰ ਇੱਕ ਤਾਂ ਤੁਹਾਨੂੰ ਸ਼ੋਰਿਟੀ ਦੀ ਲੋੜ ਨਹੀਂਗੀ, ਇੱਕ ਤਾਂ ਤੁਹਾਨੂੰ ਕਿਸੇ ਨਾਲ ਰਹਿਣ ਦੀ ਲੋੜ ਨਹੀਂਗੀ, ਨਾ ਸੁਪਰਵਿਜ਼ਨ ਦੇ ਰਹਿਣ ਦੀ ਲੋੜ ਆ। ਬਟ ਯੂਜੂਲੀ ਉਹ ਡਿਟਰਮਿਨ ਕਰਦੇ ਆ ਜਿਹੜਾ ਅਫੈਂਸ ਆ ਕਿੰਨਾ ਸੀਰੀਅਸ ਅਫੈਂਸ ਆ। ਜੇ ਅਫੈਂਸ ਜ਼ਿਆਦਾ ਸੀਰੀਅਸ ਆ ਤਾਂ ਕੋਰਟ ਵਾਲੇ ਤਾਂ ਜਿਹੜੇ ਕਰਾਊਨ ਅਟਰਨੀਜ਼ ਆ ਉਹ ਡਿਟਰਮਿਨ ਕਰਦੇ ਆ ਐਸ ਪਰਸਨ ਨੂੰ ਸੁਪਰਵਿਜ਼ਨ ਚਾਹੀਦੀ ਆ, ਤਾਂ ਫਿਰ ਉਹਨਾਂ ਨੇ ਸ਼ੋਰਿਟੀ ਰਿਕੁਐਸਟ ਕਰਨੀ ਆ। ਬਟ ਜੇ ਉਹ ਰਿਕੁਐਸਟ ਕਰੇ, ਇਹ ਡਜ਼ਨਟ ਮੀਨ, ਇਹਦਾ ਮਤਲਬ ਇਹ ਨਹੀਂ ਉਹ ਹਮੇਸ਼ਾ ਤੁਹਾਨੂੰ ਸ਼ੋਰਿਟੀ ਦੀ ਲੋੜ ਪਊਗੀ, ਬਿਕਾਜ਼ ਤੁਸੀਂ ਫਿਰ ਵੀ ਬੇਲ ਹੀਅਰਿੰਗ, ਜ਼ਮਾਨਤ ਦੀ ਹੀਅਰਿੰਗ ਕਰ ਸਕਦੇ ਆ, ਤਾਂ ਤੁਸੀਂ ਕਹਿ ਸਕਦੇ ਆ ਇਸ ਬੰਦੇ ਨੂੰ ਜ਼ਮਾਨਤ ਦੀ ਸ਼ੋਰਿਟੀ ਦੀ ਲੋੜ ਨਹੀਂ ਗੀ ਜ਼ਮਾਨਤ ਵਾਸਤੇ, ਇਹ ਆਪਦੀ ਦੇ ਸਕਦਾ, ਆਪਦੀ ਜ਼ਮਾਨਤ ਖੁਦ ਹੀ ਦੇ ਸਕਦਾ। ਡੈਫੀਨਿਟਲੀ ਜੀ। ਸੋ ਪੌਲ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਆਪਾਂ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ। ਹਾਂਜੀ, ਥੈਂਕ ਯੂ। ਸੋ ਦਰਸ਼ਕੋ, ਇੱਕ ਬ੍ਰੇਕ ਦਾ ਟਾਈਮ ਆ, ਤੁਸੀਂ ਜੁੜੇ ਰਹੋ ਗੁੱਡ ਮਾਰਨਿੰਗ ਟੋਰਾਂਟੋ ਦੇ ਨਾਲ। ਅਸੀਂ ਹੁਣ ਇੱਕ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਟੋਰਾਂਟੋ ਦੇ ਵਿੱਚ। ਸਾਡੇ ਨਾਲ ਨੇ ਸਟੂਡੀਓ ਦੇ ਵਿੱਚ ਪੌਲ ਧਾਲੀਵਾਲ ਜੀ। ਅਸੀਂ ਗੱਲਬਾਤ ਕਰ ਰਹੇ ਹਾਂਗੇ ਕ੍ਰਿਮੀਨਲ ਕੇਸਿਸ ਦੀ। ਸੋ ਪੌਲ, ਆਪਾਂ ਗੱਲਬਾਤ ਕਰ ਰਹੇ ਸੀਗੇ ਚਾਰਜ ਜਦੋਂ ਲੱਗ ਜਾਂਦੇ ਆ, ਕਈ ਵਾਰੀ ਕੀ ਹੁੰਦਾ ਕਿ ਇੱਥੇ ਹੁਣ ਆਪਣੇ ਸਟੂਡੈਂਟਸ ਬਹੁਤ ਆ ਰਹੇ ਨੇ। ਹਾਂਜੀ, ਜੇ ਸਟੂਡੈਂਟਸ 'ਤੇ ਕੋਈ ਚਾਰਜਿਜ ਲੱਗ ਜਾਂਦੇ ਆ, ਜਾਂ ਜਿਹੜੇ ਵਿਜ਼ਟਰ ਆਏ ਹੁੰਦੇ ਆ ਉਹਨਾਂ 'ਤੇ ਚਾਰਜਿਜ ਲੱਗ ਜਾਂਦੇ ਆ, ਤਾਂ ਉਹਨਾਂ ਨੂੰ ਕਿਵੇਂ ਡੀਲ ਕਰਨਾ ਚਾਹੀਦਾ? ਪਹਿਲੀ ਗੱਲ ਤਾਂ ਇਹ ਆ ਭਾਜੀ, ਮੇਕ ਸ਼ੋਰ ਕਰਨਾ ਚਾਹੀਦਾ ਸਟੂਡੈਂਟਸ ਨੂੰ ਉਹਨਾਂ ਨੂੰ ਪਤਾ ਵਾ ਰੈਮੀਫਿਕੇਸ਼ਨਸ ਕੀ ਆ, ਬਿਕਾਜ਼ ਜੇ ਉਹਨਾਂ ਨੂੰ ਪਤਾ ਨਹੀਂਗਾ ਰੈਮੀਫਿਕੇਸ਼ਨ ਜਾਂ ਕੌਨਸੀਕੁਐਂਸਿਸ ਦਾ, ਇਹਦੇ ਨਾਲ ਬਹੁਤ ਇਹਨਾਂ ਦਾ ਨੁਕਸਾਨ ਹੋ ਸਕਦਾ। ਬਿਕਾਜ਼ ਫੋਰ ਐਗਜ਼ਾਮਪਲ, ਜਦੋਂ ਕੋਈ ਸਟੂਡੈਂਟ ਆਉਂਦਾ ਤਾਂ ਮੋਸਟਲੀ ਬੰਦਾ ਟਰਾਈ ਕਰਦਾ ਵਾ, ਇੱਥੇ ਜਦੋਂ ਆਉਂਦੇ ਆ ਉਹ ਤੋਂ ਬਾਅਦ ਵਰਕ ਪਰਮਿਟ ਮਿਲੂਗਾ, ਤਾਂ ਮਗਰੋਂ PR ਮਿਲੂਗੀ, ਤਾਂ ਇਵੈਂਚੁਅਲੀ ਤੁਹਾਨੂੰ ਰੈਜ਼ੀਡੈਂਸੀ ਮਿਲੂਗੀ। ਜੇ ਤੁਹਾਡਾ ਸਟੂਡੈਂਟ ਦੇ ਹੁੰਦੇ ਹੀ ਚਾਰਜ ਲੱਗ ਜਾਂਦਾ ਤਾਂ ਕਨਵਿਕਸ਼ਨ ਹੋ ਜਾਂਦੀ ਆ। ਪ੍ਰੋਬਲਮ ਇਹ ਪੈ ਜਾਂਦੀ ਆ ਤੁਹਾਨੂੰ ਮਗਰੋਂ, ਜਦੋਂ ਤੁਸੀਂ ਐਪਲੀਕੇਸ਼ਨ ਪਾਉਂਦੇ ਆ ਫਰਦਰ ਸਟੈਪਸ, ਤੁਸੀਂ ਸ਼ਾਇਦ ਐਕਸਕਲੂਡਡ ਹੋ ਜਾਓਗੇ ਉਹਦੇ ਖਾਤਰ। ਸੋ ਮੇਕ ਸ਼ੋਰ ਕਰਨਾ ਚਾਹੀਦਾ, ਇੱਕ ਤਾਂ ਜਿਹੜੇ ਸਟੂਡੈਂਟਸ ਆ ਜਿਹੜੇ ਉਹਨਾਂ ਦੇ ਚਾਰਜਸ ਲੱਗਦੇ ਆ, ਤੁਹਾਡੇ ਕੋਲ ਲਾਇਰ ਹੈਗਾ ਜਿਹੜਾ ਤੁਹਾਨੂੰ ਪ੍ਰੋਪਰਲੀ ਡਿਫੈਂਡ ਕਰ ਸਕਦਾ, ਉਹਨੂੰ ਪਤਾ ਹੋਵੇ ਇਮੀਗ੍ਰੇਸ਼ਨ ਦੇ ਕੌਨਸੀਕੁਐਂਸਿਸ ਦਾ ਨਾਲ ਦੀ ਨਾਲ, ਜਾਂ ਐਟਲੀਸਟ ਇਮੀਗ੍ਰੇਸ਼ਨ ਐਡਵਾਈਸ ਲੈ ਕੇ ਦੇਵੇ ਤੁਹਾਡੇ ਲਈ, ਤਾਂ ਫਿਰ ਉਹ ਕੇਸ ਨੂੰ ਹੈਂਡਲ ਕਰੇ। ਬਿਕਾਜ਼ ਯੂਜੂਲੀ ਜੇ ਉਹ 'ਤੇ ਕਨਵਿਕਸ਼ਨ ਹੋ ਜੇ ਫਿਰ ਪ੍ਰੋਬਲਮ ਪੈਂਦੀ ਹੈ ਡਾਊਨ ਦ ਰੋਡ। ਪੌਲ, ਜਿਵੇਂ ਅੱਜ ਕੱਲ੍ਹ ਬੜੇ ਕੇਸਿਸ ਹੋ ਰਹੇ ਨੇ ਡਰਿੰਕ ਐਂਡ ਡਰਾਈਵ ਦੇ। ਹਾਂਜੀ ਹਾਂਜੀ, ਵੈਸੇ ਤਾਂ ਬਹੁਤ ਮਾੜੀ ਗੱਲ ਆ ਕਿ ਸ਼ਰਾਬ ਪੀ ਕੇ ਗੱਡੀ ਕਿਸੇ ਨੂੰ ਚਲਾਉਣੀ ਨਹੀਂ ਚਾਹੀਦੀ, ਪਰ ਬਹੁਤ ਸਾਰੇ ਲੋਕ ਹੈਗੇ ਇੱਦਾਂ ਦੇ ਕਿ ਕਿਉਂਕਿ ਹੁਣ ਤਾਂ ਅਲਕੋਹਲ ਦੀ ਮਾਤਰਾ ਵੀ ਇਹਨਾਂ ਨੇ ਬਹੁਤ ਜ਼ਿਆਦਾ, ਮੇਰੇ ਖਿਆਲ 'ਚ 0% ਹੀ ਕਰ ਦਿੱਤੀ ਹੈਗੀ। ਪਹਿਲਾਂ ਤਾਂ ਸੀਗਾ ਕਿ 0.5 ਸਮਥਿੰਗ ਕੁਛ। ਅਤੇ ਅਜਿਹੇ ਕੇਸਾਂ ਦੇ ਵਿੱਚ ਤੁਸੀਂ ਕੀ ਸਲਾਹ ਦੇਣੀ ਚਾਹੋਗੇ?
ਵੈਲ ਭਾਜੀ ਜਿੱਦਾਂ ਤੁਸੀਂ ਕਿਹਾ ਨਾ ਇਹ ਡੈਫੀਨਿਟਲੀ ਆਪਣੀ ਸੁਸਾਇਟੀ ਨੂੰ ਮੇਜਰ ਕੰਸਰਨ ਹੈਗਾ। ਆਪਾਂ ਦੇਖਿਆ ਹੀ ਆ ਕਿੰਨੀਆਂ ਮੌਤਾਂ ਹੁੰਦੀਆਂ ਰੋਡਾਂ ਦੇ ਉੱਤੇ ਡਰਿੰਕਿੰਗ ਐਂਡ ਡਰਾਈਵਿੰਗ ਦੇ ਨਾਲ। ਡੈਫੀਨਿਟਲੀ ਇਹ ਕੰਸਰਨ ਸਾਰਿਆਂ ਨੂੰ ਹੈਗਾ ਵਾ। ਬਟ ਅਸੀਂ ਇਹ ਦੱਸ ਸਕਦੇ ਜਿਹੜੀ ਡਰਿੰਕਿੰਗ ਐਂਡ ਡਰਾਈਵਿੰਗ ਅਫੈਂਸਿਸ ਆ ਉਹ ਮੋਸਟ ਸਰਟਨਲੀ ਜ਼ੀਰੋ ਲੈਵਲ 'ਤੇ ਨਹੀਂ ਗਏ, ਬਟ ਉਹਨਾਂ ਦੇ ਜਿਹੜੀ ਪਾਲਿਸੀਜ਼ ਆ ਦੇ ਆਰ ਵੈਰੀ ਸਟ੍ਰਿਕਟ। ਤਾਂ ਅਸੀਂ ਤਾਂ ਇਹ ਦੱਸ ਸਕਦੇ ਹਾਂ ਜੇ ਕਿਸੇ ਦੇ ਡਰਿੰਕ ਡਰਾਈਵਿੰਗ ਦੇ ਚਾਰਜ ਲੱਗਦੇ ਆ ਤੁਹਾਨੂੰ ਮੇਕ ਸ਼ੋਰ ਕਰਨਾ ਚਾਹੀਦਾ ਵਾ ਜਿਹੜਾ ਤੁਹਾਡੇ ਕੋਲ ਲਾਇਰ ਆ ਉਹਨਾਂ ਕੋਲ ਐਕਸਪੀਰੀਅੰਸ ਹੈਗੀ ਆ ਡਰਿੰਕਿੰਗ ਐਂਡ ਡਰਾਈਵਿੰਗ ਕੇਸਿਸ ਹੈਂਡਲ ਕਰਨ ਨੂੰ। ਬਿਕਾਜ਼ ਜਿਹੜੇ ਡਰਿੰਕਿੰਗ ਐਂਡ ਡਰਾਈਵਿੰਗ ਕੇਸਿਸ ਆ ਇਹਦੇ ਨਾਲ ਜਿਹੜੇ ਇਹਦੇ ਪੈਨਲਟੀਜ਼ ਆ ਉਹ ਬਹੁਤ ਸੀਵੀਅਰ ਆ। ਫੋਰ ਐਗਜ਼ਾਮਪਲ ਜੇ ਕੋਈ ਟਰੱਕ ਡਰਾਈਵਰ ਹੋਵੇ ਤਾਂ ਉਹਨੂੰ ਕਨਵਿਕਸ਼ਨ ਹੋ ਜੇ ਉਹਨੇ ਆਪ ਦਾ ਲਾਈਵਲੀਹੁੱਡ ਰਿਸਕ 'ਚ ਪਾਉਣਾ। ਯੂਜਲੀ 1 ਸਾਲ ਦਾ ਜਿਹੜਾ ਕ੍ਰਿਮੀਨਲ ਕੋਡ ਪ੍ਰੋਹਿਬਿਸ਼ਨ ਆ ਉਹ ਤੋਂ ਬਾਅਦ ਤੁਹਾਨੂੰ ਜਿਹੜੀ ਇਗਨੀਸ਼ਨ ਇੰਟਰਲਾਕ ਹੁੰਦੀ ਆ ਜਿਹੜੀ ਮਸ਼ੀਨ ਕਹਿ ਦਿੰਦੇ ਆ ਉਹ ਤੁਹਾਡੀ ਵਹੀਕਲ ਕੋਲ ਚਲਾਉਣੀ ਪੈਂਦੀ ਆ। ਨਾਲ ਦੀ ਨਾਲ ਜਿਹੜੇ ਆਪਣੀ ਇੰਸ਼ੋਰੈਂਸ ਕੌਨਸੀਕੁਐਂਸਿਸ ਆ ਉਹਦੇ ਨਾਲ ਬਹੁਤ ਇਫੈਕਟ ਹੁੰਦਾ। ਸੋ ਬਹੁਤ ਕੁਝ ਦੇਖਣਾ ਪੈਂਦਾ ਜਦੋਂ ਤੁਸੀਂ ਡਰਿੰਕ ਡਰਾਈਵਿੰਗ ਦਾ ਚਾਰਜ ਲੱਗਦਾ। ਕਦੀ ਕਦੀ ਲੋਕ ਇਹ ਸੋਚਦੇ ਆ ਚਾਰਜ ਲੱਗ ਗਿਆ ਤਾਂ ਅਸੀਂ ਛੇਤੀ ਫਾਈਨ ਦੇ ਦਈਏ ਤਾਂ ਮੁਕਾ ਕੇ ਪਰੇ ਮਾਰੀਏ, ਪਰ ਤੁਹਾਨੂੰ ਦੇਖਣਾ ਚਾਹੀਦਾ ਲੌਂਗ ਟਰਮ ਇਫੈਕਟਸ ਇਹਦੇ ਕੀ ਆ। ਦੂਜੀ ਗੱਲ ਇਹ ਆ ਜਿਹੜੇ ਡਰਿੰਕ ਡਰਾਈਵਿੰਗ ਕੇਸਿਸ ਆ ਇਹਨਾਂ ਦੀ ਜਿਹੜੀ ਪੈਨਲਟੀਜ਼ ਆ ਆਮ ਕੇਸਿਸ ਵਾਂਗੂ ਹੀ ਇਹਨਾਂ ਦੀ ਜਿਹੜੀ ਪੈਨਲਟੀਜ਼ ਆ ਇਹ ਮੋਰ ਸੀਰੀਅਸ ਹੁੰਦੀਆਂ ਜਦੋਂ ਤੁਹਾਡਾ ਫਰਸਟ ਅਫੈਂਸ ਤੋਂ ਬਾਅਦ। ਫੋਰ ਐਗਜ਼ਾਮਪਲ ਜਿਹੜਾ ਫਰਸਟ ਅਫੈਂਸ ਆ ਉਹ 'ਤੇ ਘੱਟੋ ਘੱਟ ਤਾਂ $1000 ਦਾ ਫਾਈਨ ਹੈਗਾ ਹੀ ਹੈਗਾ, ਤਾਂ 1 ਸਾਲ ਦਾ ਡਰਾਈਵਿੰਗ ਬੈਨ। ਜਿਹੜਾ ਦੂਜਾ ਜੇ ਤੁਹਾਨੂੰ ਕਨਵਿਕਸ਼ਨ ਹੋ ਜੇ ਤੁਹਾਨੂੰ 30 ਦਿਨ ਦੀ ਜੇਲ੍ਹ ਹੋਣੀ ਆ। ਫਿਰ ਤੀਜਾ ਅਫੈਂਸ ਜੇ ਹੋ ਜੇ ਉਹ ਫਿਰ 4 ਮਹੀਨੇ 'ਤੇ ਪਹੁੰਚ ਜਾਂਦੇ ਜੇਲ੍ਹ ਟਾਈਮ 'ਤੇ। ਸੋ ਇਹਨਾਂ ਦੀ ਜਿਹੜੀ ਪੈਨਲਟੀਜ਼ ਆ ਬਹੁਤ ਸੀਰੀਅਸ ਆ। ਤਾਂ ਫਿਊਚਰ ਡਰਾਈਵਿੰਗ ਵਾਸਤੇ ਵੀ ਆਬਸਟੀਕਲ ਹੋ ਜਾਂਦਾ। ਫੋਰ ਐਗਜ਼ਾਮਪਲ ਜੇ 3 ਕਨਵਿਕਸ਼ਨਸ ਹੋ ਜਾਂਦੇ ਆ ਤਾਂ ਜਿਹੜੀ ਮਿਨਿਸਟਰੀ ਵੀ ਤੁਹਾਨੂੰ ਲਾਈਫ ਵਾਸਤੇ ਬੈਨ ਕਰ ਸਕਦੀ ਹੈ ਡਰਾਈਵਿੰਗ। ਬੈਨ ਕਰਦੀ ਹੈ। ਮੈਂ ਪਿੱਛੇ ਜੇ ਵੀ ਸੁਣਿਆ ਸੀ ਕਿ ਜੇਕਰ ਜ਼ਿਆਦਾ ਕੋਈ ਜਿਵੇਂ ਮੰਨ ਲਓ ਕਿਸੇ ਦੀ ਮੌਤ ਹੋ ਜਾਂਦੀ ਹੈ ਉਹ ਅਜਿਹੇ ਕੇਸਾਂ ਦੇ ਵਿੱਚ ਤੁਹਾਨੂੰ ਡਿਪੋਰਟ ਵੀ ਕਰ ਸਕਦੇ ਆ? ਭਾਈ ਡੈਫੀਨਿਟਲੀ ਕਰ ਸਕਦੇ ਆ। ਐਕਚੁਅਲੀ ਨਾਟ ਟੂ ਲੌਂਗ ਅਗੋ ਥੋੜ੍ਹੇ ਚਿਰ ਪਹਿਲਾਂ ਹੀ ਕ੍ਰਿਮੀਨਲ ਕੋਡ ਚੇਂਜ ਹੋ ਗਿਆ। ਸੋ ਜਿਹੜੇ PR ਆ ਇਹਨਾਂ ਨੂੰ ਵੀ ਵੈਰੀ ਕੇਅਰਫੁਲ ਹੋਣਾ ਚਾਹੀਦਾ ਵਾ ਕਿੱਦਾਂ ਦੀ ਇਹ 'ਤੇ ਸੈਂਟੈਂਸ ਮਿਲਦੀ ਆ। ਨਾਲ ਦੀ ਨਾਲ ਤੁਹਾਡਾ ਕੀ ਸਟੇਟਸ ਆ ਦੇਖਣਾ ਚਾਹੀਦਾ ਵਾ ਬਿਕਾਜ਼ ਡਿਪੋਰਟੇਸ਼ਨ ਡੈਫੀਨਿਟਲੀ ਰਿਮੂਵਲ ਆਰਡਰ ਲੱਗ ਸਕਦਾ। ਸੋ ਤੁਹਾਨੂੰ ਕੇਅਰਫੁਲੀ ਉਹ ਅਸੈਸ ਕਰਨਾ ਚਾਹੀਦਾ। ਇਕੱਲੇ ਆਪਣੇ ਜਦੋਂ ਫਟੈਲਿਟੀ ਹੁੰਦੀ ਹੈ ਜੋ ਡੈਥ ਹੁੰਦੀ ਹੈ ਉਦੋਂ ਹੀ ਨਹੀਂ ਡਰਿੰਕ ਡਰਾਈਵਿੰਗ ਚਾਰਜਸ ਸੀਰੀਅਸ ਲੈਂਦੇ, ਬਟ ਆਲ ਟਾਈਮਸ ਜਿਹੜੇ ਪੁਲਿਸ ਆ ਤਾਂ ਕਰਾਊਨ ਅਟਰਨੀਜ਼ ਆ ਤਾਂ ਕੋਰਟਸ ਆ ਉਹਨੂੰ ਆਲ ਦ ਟਾਈਮ ਸੀਰੀਅਸਲੀ ਡੀਮ ਕਰਦੇ ਜੀ। ਅੱਛਾ, ਹੁਣ ਜਿਵੇਂ ਪੈਂਡੈਮਿਕ ਦਾ ਟਾਈਮ ਚੱਲ ਰਿਹਾ ਹੈਗਾ, ਹਾਂਜੀ, ਪਿਛਲੇ ਲੰਮੇ ਸਮੇਂ ਤੋਂ ਮਾਰਚ ਤੋਂ ਲੈ ਕੇ ਅਸੀਂ ਇਸ ਸਿਚੁਏਸ਼ਨ ਦੇ ਵਿੱਚ ਆ। ਕੋਰਟਾਂ ਹੀ ਬੰਦ ਹੋ ਗਈਆਂ ਸੀ ਵਿੱਚ ਦੀ, ਹੁਣ ਥੋੜ੍ਹੀਆਂ ਬਹੁਤੀਆਂ ਖੁੱਲ੍ਹੀਆਂ। ਹੁਣ ਕੀ ਸਿਚੁਏਸ਼ਨ ਆ ਕੇਸਿਸ ਦੀ? ਤੁਹਾਡਾ ਕੰਮ ਉਹਨੂੰ ਵੀ ਇਫੈਕਟ ਪਿਆ ਇਸ ਚੀਜ਼ ਨੂੰ? ਭਾਜੀ ਡੈਫੀਨਿਟਲੀ ਕੋਵਿਡ ਦੇ ਨਾਲ ਬਹੁਤ ਡਿਫਰੈਂਸਿਸ ਆ ਤਾਂ ਬਹੁਤ ਚੇਂਜਸ ਹੋਈਆਂ ਕੋਰਟ ਸਿਸਟਮ ਦੇ ਵਿੱਚ। ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਆ 7 ਮਹੀਨੇ ਹੋ ਗਏ ਆਪਾਂ ਹਜੇ ਵੀ ਪੈਂਡੈਮਿਕ ਦੇ ਵਿੱਚ ਆ। ਨੰਬਰਸ ਆਲਮੋਸਟ ਡੇਲੀ ਬੇਸਿਸ 'ਤੇ ਰਾਈਜ਼ ਹੁੰਦੇ ਹੀ ਆ। ਤਾਂ ਜਿਹੜੇ ਕੋਰਟਸ ਆ ਇਹਨਾਂ ਨੇ ਕੀ ਕੀਤਾ, ਗਵਰਨਮੈਂਟ ਨੇ ਇਮੀਡੀਏਟਲੀ ਬੇਸਿਕਲੀ ਸ਼ਟ ਡਾਊਨ ਕਰਤੇ ਸੀਗੇ। ਇਨੀਸ਼ਲੀ ਜਦੋਂ ਪਹਿਲਾਂ ਹੋਇਆ ਇਹ ਲੇਟ ਮਾਰਚ ਦੇ ਵਿੱਚ ਇਹਨਾਂ ਨੇ ਹਰੇਕ ਜਿਹੜਾ ਕੇਸ ਸੀਗਾ ਪੈਂਡਿੰਗ ਕੇਸ ਸੀਗਾ ਉਹ ਇਹਨਾਂ ਨੇ 10 ਵੀਕਾਂ ਵਾਸਤੇ ਅਡਜਰਨ ਕਰਤਾ। ਸੋ ਜੇ ਤੁਹਾਡਾ ਕੇਸ ਐਂਡ ਆਫ ਮਾਰਚ ਸੀਗਾ ਉਹ ਬੇਸਿਕਲੀ ਜੂਨ 'ਚ ਜਾ ਕੇ ਉਹਨਾਂ ਨੇ ਸੁਣਨਾ। ਉਹ ਤੋਂ ਬਾਅਦ ਜਦੋਂ ਜੂਨ ਆ ਗਈ ਤਾਂ ਹਜੇ ਵੀ ਪੈਂਡੈਮਿਕ ਨਹੀਂ ਕੰਟਰੋਲ 'ਤੇ ਆਈ, ਫਿਰ 10 ਵੀਕਾਂ ਫਿਰ ਅਡਜਰਨ ਕਰਤਾ। ਸੋ ਇਹ ਜਿਹੜੇ ਮੈਟਰਸ ਆ ਇਹ 10 ਵੀਕਾਂ ਦੇ ਉਹਨਾਂ ਨੂੰ ਕਹਿੰਦੇ ਸੀ ਪ੍ਰਜ਼ੰਪਸ਼ਨ ਅਡਜਰਨਮੈਂਟ ਡੇਟਸ ਹੁੰਦੇ ਸੀਗੇ। ਹੁਣ ਤਾਂ ਰੀਸੈਂਟਲੀ 5 ਵੀਕਾਂ ਕਰਤੇ, ਬਟ ਉਹ ਵੀ ਪਤਾ ਨਹੀਂ ਗਾ ਕਿੰਨੇ 5 ਵੀਕਾਂ ਵਾਸਤੇ ਕਰੋਗੇ ਬਿਕਾਜ਼ ਜਿੱਦਾਂ ਆਪਾਂ ਹੁਣ ਸੁਣਦੇ ਹਾਂ ਹਜੇ ਤੱਕ ਤਾਂ ਕੋਈ ਇਹਦਾ ਕੋਈ ਵੈਕਸੀਨ ਆਇਆ ਨਹੀਂ ਗਾ। ਬਟ ਨਾਲ ਦੀ ਨਾਲ ਜਿਹੜੇ ਕ੍ਰਿਮੀਨਲ ਕੇਸਿਸ ਆ ਸਾਰਿਆਂ ਨੂੰ ਪਤਾ ਜਿਹੜੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਪਾਰਟਿਸਿਪੈਂਟਸ ਆ ਇਹਨਾਂ ਨੂੰ ਪਤਾ ਸਾਰਾ ਕੁਝ ਔਨ ਹੋਲਡ ਤਾਂ ਰਹਿ ਹੀ ਨਹੀਂ ਸਕਦਾ। ਫੋਰ ਐਗਜ਼ਾਮਪਲ ਹੁਣ ਜਿਹੜੀਆਂ ਬੇਲ ਹੀਅਰਿੰਗਸ ਆ ਉਹ ਵੀ ਫੋਨ 'ਤੇ ਹੁੰਦੀਆਂ, ਉਹ ਵੀ ਵਾਇਆ ਜ਼ੂਮ ਕਾਨਫਰੰਸ ਆਡੀਓ ਕਾਨਫਰੰਸ 'ਤੇ ਹੁੰਦੀਆਂ। ਜਿਹੜੀਆਂ ਟਰਾਇਲਸ ਆ ਉਹ ਵੀ ਹੁਣ ਸਟਾਰਟ ਹੋ ਗਈਆਂ, ਬਟ ਜਿਹੜੇ ਬੇਲ ਹੀਅਰਿੰਗਸ ਆ ਉਹ ਵੀ ਹੋਣ ਲੱਗ ਪਏ ਫੋਨਾਂ 'ਤੇ। ਸੋ ਇੱਦਾਂ ਦੇ ਅਕੋਮੋਡੇਸ਼ਨਸ ਤਾਂ ਹੋ ਰਹੇ ਆ, ਬਟ ਮੋਸਟ ਸਰਟਨਲੀ ਜਿਹੜਾ ਡੇਲੀ ਰੂਟੀਨ ਜਿਹੜਾ ਹੁੰਦਾ ਸੀਗਾ ਕੋਰਟ 'ਚ ਜਿੱਥੇ 5-7 ਹਜ਼ਾਰ ਬੰਦਾ ਹੁੰਦਾ ਸੀਗਾ ਐਟ ਐਨੀ ਗਿਵਨ ਟਾਈਮ ਉਹ ਡੈਫੀਨਿਟਲੀ ਲੱਗਦਾ ਨਹੀਂ ਹੈ ਐਨੀ ਟਾਈਮ ਸੂਨ ਫਿਰ ਦੁਬਾਰਾ ਹੋਊਗਾ।
ਇਹ ਸਮੇਂ ਦੇ ਵਿੱਚ ਪੈਂਡੈਮਿਕ ਦੇ ਸਮੇਂ ਦੇ ਵਿੱਚ ਹੋਰ ਕਿਹੜੇ ਇਸ਼ੂਜ਼ ਰੇਜ਼ ਹੋਏ ਆ ਤੁਹਾਡੇ ਮੁਤਾਬਕ? ਪਹਿਲਾਂ ਕਿੱਦਾਂ ਦੇ ਕੇਸਿਸ ਹੁੰਦੇ ਸੀਗੇ ਤੇ ਹੁਣ ਇਸ ਸਮੇਂ ਦੌਰਾਨ ਕਿੱਦਾਂ ਦੇ? ਭਾਈ ਮੈਂ ਤਾਂ ਜਨਰਲੀ ਤੁਹਾਨੂੰ ਇਹ ਦੱਸ ਸਕਦਾ, ਜਿਹੜਾ ਕੋਵਿਡ ਆ ਤੁਹਾਨੂੰ ਪਤਾ ਵਾ ਬਹੁਤ ਮੈਜਰਸ ਗਵਰਨਮੈਂਟ ਨੇ ਲਏ ਆ ਟਰਾਈ ਟੂ ਕੰਟਰੋਲ ਕਰਨ ਨੂੰ। ਆ ਜਿਹੜਾ ਸਪਰੈਡ ਆ ਜਿਹੜਾ ਵਾਇਰਸ ਆ, ਤਾਂ ਇੱਕ ਤਾਂ ਆਪਾਂ ਨੂੰ ਪਤਾ ਇਮੀਡੀਏਟਲੀ ਜਦੋਂ ਇਹਨਾਂ ਨੇ ਗੈਦਰਿੰਗਸ ਬੰਦ ਕਰਤੇ ਤਾਂ ਸਟੋਰਾਂ ਨੂੰ ਸਟਾਪ ਕਰਤਾ ਸੀਗਾ। ਜਿਹੜੇ ਨਹੀਂ ਅਸੈਂਸ਼ੀਅਲ ਆਈਟਮਸ ਵੇਚਦੇ ਸੀਗੇ ਉਹਨਾਂ ਦੇ ਫਾਈਨ ਲੱਗਦੇ ਸੀਗੇ। ਇੰਡੀਵਿਜੂਅਲ ਜੋ ਇਕੱਠੇ ਹੁੰਦੇ ਸੀਗੇ, ਆਪਾਂ ਸਾਰਿਆਂ ਨੇ ਵੀਡੀਓਜ਼ ਦੇਖੀ ਹੈ ਜਿੱਥੇ ਲੋਕੀ ਪਾਰਕਾਂ 'ਚ ਖੇਲਦੇ ਆ, ਹਾਊਸ ਪਾਰਟੀਜ਼ ਹੁੰਦੀਆਂ। ਬਰੈਂਪਟਨ 'ਚ ਹੋਈਆਂ, ਹੋਰ ਏਰੀਆ 'ਚ ਸਕਾਰਬਰੋ ਦੇ ਵਿੱਚ ਲਾਰਜ ਗੈਦਰਿੰਗਸ ਹੋਈਆਂ, ਤਾਂ ਪੁਲਿਸ ਵਾਲਿਆਂ ਨੇ ਜਾ ਕੇ ਬੇਸਿਕਲੀ ਉਹ ਪਾਰਟੀਜ਼ ਸਟਾਪ ਕੀਤੀਆਂ ਤੇ ਕਹਿੰਦੇ ਅਸੀਂ ਹੋਮ ਓਨਰ ਤੇ ਜਿਹੜੇ ਲੋਕੀ ਗਏ ਆ ਉਹਨਾਂ ਨੂੰ ਟਿਕਟਾਂ ਦਿੱਤੀਆਂ। ਸੋ ਉਹਦੇ ਨਾਲ ਉਹ ਬਹੁਤ ਡਿਫਰੈਂਟ ਇਸ਼ੂਜ਼ ਓਪਨ ਹੋਇਆ। ਪਰ ਨਾਲ ਦੀ ਨਾਲ ਈਵਨ ਦੋ ਅਸੀਂ ਤਾਂ ਆਪ ਹੈਂਡਲ ਨਹੀਂ ਕਰਦੇ ਇੰਪਲੋਇਮੈਂਟ ਲਾ ਇਸ਼ੂਜ਼, ਮੈਂ ਤੁਹਾਨੂੰ ਇਹ ਦੱਸ ਸਕਦਾ ਬਹੁਤ ਇੰਪਲੋਇਮੈਂਟ ਲਾ ਇਸ਼ੂਜ਼ ਅੱਜ ਕੱਲ੍ਹ ਆ ਰਹੇ ਆ ਫੋਰਫਰੰਟ 'ਚ। ਫੋਰ ਐਗਜ਼ਾਮਪਲ ਜਿਹੜਾ ਇੰਪਲੋਇਰ ਦੀ ਕੀ ਓਬਲੀਗੇਸ਼ਨ ਆ ਆਪਦੇ ਇੰਪਲੋਈਜ਼ ਦੇ ਨਾਲ, ਜਿਹੜੇ ਇੰਪਲੋਈਜ਼ ਆ ਜਿਹੜੇ ਲੋਕੀ ਕਿਸੇ ਵਾਸਤੇ ਕੰਮ ਕਰਦੇ ਆ ਉਹਨਾਂ ਦਾ ਕੀ ਓਬਲੀਗੇਸ਼ਨ, ਉਹਨਾਂ ਨੇ ਕੰਮ 'ਤੇ ਜਾਣਾ ਵਾ ਕਿ ਨਹੀਂ ਜਾਣਾ ਵਾ ਇਹ ਕੋਵਿਡ ਟਾਈਮ ਦੇ ਵਿੱਚ, ਉਹਨਾਂ ਨੂੰ ਖਤਰਾ ਵਾ, ਉਹਨਾਂ ਵਾਸਤੇ ਕੀ ਸੇਫਟੀ ਮੈਜਰਸ ਹੋਣੇ ਚਾਹੀਦੇ ਆ। ਜਿਹੜਾ ਤੁਹਾਡਾ ਕੰਮ ਦਾ ਮਾਲਕ ਆ ਜਾਂ ਜਿੱਥੇ ਤੁਸੀਂ ਕੰਮ ਕਰਦੇ ਆ ਕੰਪਨੀ ਵਾਲਿਆਂ ਦਾ ਕੀ ਫਰਜ਼ ਬਣਦਾ ਤੁਹਾਨੂੰ ਸੇਫ ਰੱਖਣ ਨੂੰ। ਇੱਦਾਂ ਦੇ ਬਹੁਤ ਇਸ਼ੂਜ਼ ਅੱਜ ਕੱਲ੍ਹ ਆ ਰਹੇ ਆ। ਅੱਛਾ ਪੌਲ, ਲਾਸਟ ਸਵਾਲ ਆ ਮੇਰਾ, ਆਪਣਾ ਸਮਾਂ ਵੀ ਲਗਭਗ ਸਮਾਪਤੀ ਦੇ ਵੱਲ ਹੀ ਹੈ। ਜਦੋਂ ਬਾਰ-ਬਾਰ ਕਿਸੇ 'ਤੇ ਚਾਰਜਿਸ ਲੱਗ ਜਾਂਦੇ, ਚਾਹੇ ਉਹ ਡਰਿੰਕ ਡਰਾਈਵ ਦਾ ਹੋ ਗਿਆ, ਚਾਹੇ ਉਹ ਲੜਾਈ ਝਗੜੇ ਦਾ ਹੋ ਗਿਆ, ਇਹਨਾਂ ਚਾਰਜਿਸ ਦੇ ਨਾਲ ਤੁਹਾਡੀ ਇੱਕ ਬੰਦੇ ਦੀ ਲਾਈਫ ਦੇ ਉੱਪਰ ਤੁਸੀਂ ਕੀ ਸਮਝਦੇ ਹੋ ਕਿੱਦਾਂ ਦਾ ਪ੍ਰਭਾਵ ਪੈਂਦਾ ਵਾ? ਭਾਈ ਪੈਂਦਾ ਹੀ ਪੈਂਦਾ ਵਾ, ਉਹ ਡੈਫੀਨਿਟਲੀ ਤੁਹਾਡੇ ਰੈਕਡ 'ਤੇ ਪੈਂਦਾ। ਜੇ ਆਪਾਂ ਕਹਿ ਦਿੰਦੇ ਹਾਂ ਫੋਰ ਐਗਜ਼ਾਮਪਲ ਜਿਹੜੇ ਆ ਤੁਹਾਡੀ ਕ੍ਰੈਡਿਟ ਹਿਸਟਰੀ ਆ, ਜੇ ਤੁਸੀਂ ਹਮੇਸ਼ਾ ਲੇਟ ਆਪਦੇ ਬਿਲਸ ਦਿੰਦੇ ਆ, ਜੇ ਤੁਸੀਂ ਡਿਲਿੰਕੁਇਡ ਹੋ ਜਾਂਦੇ ਆ, ਤੁਸੀਂ ਨਹੀਂ ਦਿੰਦੇ, ਉਹ ਡੈਫੀਨਿਟਲੀ ਰਿਫਲੈਕਟ ਕਰਦਾ, ਕਿਤੇ ਨਾ ਕਿਤੇ ਤਾਂ ਰਿਫਲੈਕਟ ਹੁੰਦੀ ਹੈ ਚੀਜ਼, ਰਾਈਟ। ਉਹ ਤੁਹਾਡਾ ਕ੍ਰੈਡਿਟ ਰੈਕਡ ਆ, ਇਹ ਤੁਹਾਡਾ ਕ੍ਰਿਮੀਨਲ ਰੈਕਡ ਆ। ਫੋਰ ਐਗਜ਼ਾਮਪਲ ਜਦੋਂ ਪਹਿਲੀ ਵਾਰੀ ਚਾਰਜ ਲੱਗਦਾ ਕਿਸੇ 'ਤੇ, ਫੋਰ ਐਗਜ਼ਾਮਪਲ ਅਸੌਲਟ ਦਾ ਕੇਸ ਹੋ ਜਾਂਦਾ, ਕਦੀ ਕਦੀ ਅਸੀਂ ਨਗੋਸ਼ੀਏਟ ਕਰ ਲਈਦਾ ਕਰਾਉਣ ਦੇ ਨਾਲ, ਜਾਂ ਬੰਦੇ ਨੂੰ ਕਾਉਂਸਲਿੰਗ ਕਰਾ ਕੇ ਕਹਿ ਦਈਦਾ ਹੁੰਦਾ ਇਹ 'ਤੇ ਤੁਸੀਂ ਨਾ ਪ੍ਰੋਸੀਡ ਕਰੋ ਤਾਂ ਆਪਾਂ ਪੀਸ ਪਾਉਣ ਦੇ ਨਾਲ ਰੈਜ਼ੋਲੂਸ਼ਨ ਕਰ ਸਕਦੇ, ਰਿਜ਼ੋਲਵ ਕਰ ਸਕਦੇ। ਬਟ ਜੇ ਦੂਜੀ ਵਾਰੀ ਹੋਵੇ ਜਾਂ ਤੀਜੀ ਵਾਰੀ ਹੋਵੇ ਜਾਂ ਚੌਥੀ ਵਾਰੀ ਹੋਵੇ, ਉਹਨਾਂ ਨੇ ਵੀ ਮੂਹਰੋਂ ਕਹਿਣਾ ਵਾ ਦੇਖੋ ਅਸੀਂ ਇੱਕ ਵਾਰੀ ਤਾਂ ਇਹਨਾਂ ਨੂੰ ਓਪਰਚੁਨਿਟੀ ਦਿੱਤੀ, ਸਾਨੂੰ ਲੱਗਦਾ ਸੀਗਾ ਮਿਸਟੇਕ ਹੋ ਗਿਆ ਅਤੇ ਇਹ ਉਦੋਂ ਤੋਂ ਸਿੱਖ ਗਿਆ। ਜੇ ਤੁਸੀਂ ਪਹਿਲੀ ਵਾਰੀ ਨਹੀਂ ਸਿੱਖਦੇ, ਦੂਜੀ ਵਾਰੀ ਨਹੀਂ ਸਿੱਖਦੇ, ਤੀਜੀ ਵਾਰੀ ਨਹੀਂ ਸਿੱਖਦੇ, ਕਿੰਨੀ ਕੁ ਵਾਰੀ ਤੁਹਾਨੂੰ ਚਾਂਸ ਦੇਈ ਜਾਣੇ ਆ। ਆਪਾਂ ਦੇਖਿਆ ਹੀ ਆ ਪਿੱਛੇ ਜੇ ਟ੍ਰੈਜਡੀ ਆਪਣੇ ਨੌਰਥ ਬਰੈਂਪਟਨ 'ਚ ਹੋਈ ਸੀਗੀ, ਜਿੱਥੇ ਯੰਗ ਮਦਰ ਤਾਂ 3 ਬੇਟੀਆਂ ਦੀ ਡੈਥ ਹੋ ਗਈ ਸੀਗੀ। ਤਾਂ ਆਪਾਂ ਸੁਣਦੇ ਹੀ ਹਾਂ ਉਹ ਜਿਹੜਾ ਡਰਾਈਵਰ ਬਾਰੇ ਕੀ ਪ੍ਰੀਵੀਅਸ ਅਫੈਂਸਿਸ ਸੀਗੇ ਉਹਨਾਂ ਦੇ ਉੱਤੇ, ਤਾਂ ਪਹਿਲਾ ਅਫੈਂਡਰ ਆ, ਪ੍ਰੀਵੀਅਸ ਬੈਡ ਡਰਾਈਵਿੰਗ ਵੀ ਸੀਗੀ। ਸੋ ਇਹ ਚੀਜ਼ਾਂ ਡੈਫੀਨਿਟਲੀ ਕੋਰਟਸ ਨੇ ਟੇਕ ਇਨਟੂ ਅਕਾਊਂਟ ਕਰਨੀਆਂ। ਜੀ ਬਹੁਤ ਧੰਨਵਾਦ ਪਾਲ, ਤੁਸੀਂ ਸਮਾਂ ਕੱਢਿਆ ਅਤੇ ਸਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ। ਬਹੁਤ ਧੰਨਵਾਦ ਤੁਹਾਡਾ ਭਾਈ, ਥੈਂਕ ਯੂ ਸੋ ਮਚ ਜਿਹੜਾ ਤੁਸੀਂ ਸਾਨੂੰ ਟਾਈਮ ਦਿੱਤਾ। ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਇਹ ਸਨ ਪਾਲ ਧਾਲੀਵਾਲ ਜੀ, ਜਿਹੜੇ ਕਿ ਕ੍ਰਿਮੀਨਲ ਲਾਇਰਜ਼ ਨੇ ਔਰ PDC ਲਾਇਰਜ਼ ਦੀ ਇਹਨਾਂ ਦੀ ਇੱਕ ਫਰਮ ਆ। ਪਿਛਲੇ 18 ਸਾਲ ਤੋਂ ਲਗਾਤਾਰ ਉਹਨਾਂ ਦੇ ਨਾਲ ਕੰਮ ਕਰ ਰਹੇ ਨੇ। ਸੋ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਤੋਂ ਇੱਥੇ ਹੀ ਇਜਾਜ਼ਤ ਲਵਾਂਗੇ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਮਹਿਮਾਨ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।